ਪਿਆਰੇ ਬੱਚਿਓ, ਅੱਜ ਆਪਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਲੇਖ ਢੋਲ ਢਮੱਕਾ ਬਾਰੇ ਗੱਲ ਕਰਾਂਗੇ। ਇਹ ਵਾਰਤਕ ਲੇਖ ਲਾਲ ਸਿੰਘ ਕਮਲਾ ਅਕਾਲੀ ਦਾ ਲਿਖਿਆ ਹੋਇਆ ਹੈ। ਇਹ ਪੰਜਾਬੀ ਦਾ ਪ੍ਰਸਿੱਧ ਸਾਹਿਤਕਾਰ ਹੈ, ਜਿਸ ਦਾ ਜਨਮ 1899 ਈਸਵੀ ਨੂੰ ਲੁਧਿਆਣੇ ਦੇ ਪਿੰਡ ਭਨੋਹੜ ਵਿਖੇ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਸਰਦਾਰ ਭਗਵਾਨ ਸਿੰਘ ਹੈ। ਇਹ ਪੜ੍ਹਨ ਦੇ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ, ਇਸ ਲਈ ਇਹਨਾਂ ਨੇ ਵਿਲਾਇਤ ਜਾ ਕੇ ਵੀ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਵਿਧਾਨ ਸਭਾ ਦੇ ਮੈਂਬਰ ਵੀ ਰਹੇ। ਜਦੋਂ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ, ਤਕਰੀਬਨ ਉਦੋਂ ਹੀ ਇਹਨਾਂ ਨੇ ਕਮਲਾ ਅਕਾਲੀ ਨਾਂ ਦੀ ਇੱਕ ਲਿਖਤ ਲਿਖੀ ਸੀ, ਤਾਂ ਉਹ ਇੰਨੀ ਜ਼ਿਆਦਾ ਪ੍ਰਸਿੱਧ ਹੋਈ ਕਿ ਇਹਨਾਂ ਦੇ ਨਾਂ ਦੇ ਨਾਲ ਹੀ ਕਮਲਾ ਅਕਾਲੀ ਜੁੜ ਗਿਆ। ਯਾਨੀ ਕਿ ਇਸ ਲੇਖਕ ਦਾ ਨਾਂ ਲਾਲ ਸਿੰਘ ਸੀ, ਤਾਂ ਉਸ ਰਚਨਾ ਤੋਂ ਬਾਅਦ ਕਮਲਾ ਅਕਾਲੀ ਨਾਂ ਨਾਲ ਅਜਿਹਾ ਜੁੜਿਆ ਕਿ ਹੁਣ ਹਰ ਥਾਂ ਇਸ ਵਿਅਕਤੀ ਨੂੰ ਲਾਲ ਸਿੰਘ ਕਮਲਾ ਅਕਾਲੀ ਦੇ ਨਾਂ ਨਾਲ ਹੀ ਜਾਣਿਆ ਜਾਂਦਾ। ਇਹਨਾਂ ਨੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਸਫ਼ਰਨਾਮਾ ਲਿਖਣ ਦੀ ਪਿਰਤ ਪਾਈ। ਸਫ਼ਰਨਾਮਾ ਹੁੰਦਾ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਸਫ਼ਰ ਤੇ ਜਾਂਦਾ ਹੈ, ਲੰਬੇ ਸਫ਼ਰ ਤੇ, ਤਾਂ ਉਹ ਸਾਰੇ ਸਫ਼ਰ ਦਾ ਵਰਣਨ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਰਦਾ ਹੈ। ਠੀਕ ਹੈ, ਤਾਂ ਜਦੋਂ ਉਹਨੂੰ ਪੁਸਤਕ ਰੂਪ ਮਿਲਦਾ ਹੈ ਤਾਂ ਉਹਨੂੰ ਸਫ਼ਰਨਾਮਾ ਕਿਹਾ ਜਾਂਦਾ ਹੈ। ਤਾਂ ਇਹਨਾਂ ਨੇ ਮੇਰਾ ਵਿਲਾਇਤੀ ਸਫ਼ਰਨਾਮਾ ਸਭ ਤੋਂ ਪਹਿਲਾ ਸਫ਼ਰਨਾਮਾ ਪੰਜਾਬੀ 'ਚ ਲਿਖਿਆ ਸੀ। ਉਸ ਤੋਂ ਇਲਾਵਾ ਹੋਰ ਪੁਸਤਕਾਂ ਵੀ ਲਿਖੀਆਂ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹੈ ਮੌਤ ਰਾਣੀ ਦਾ ਘੁੰਡ, ਸੈਲਾਨੀ ਦੇਸ਼ ਭਗਤ, ਜੀਵਨ ਨੀਤੀ, ਮਨ ਦੀ ਮੌਜ, ਵਿਗਿਆਨਿਕ ਲੇਖ, ਭਾਰਤ ਦੇ ਭਰਪੂਰ ਭੰਡਾਰੇ। ਪਰ ਤੁਹਾਡੀ ਜਿਹੜੀ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਲੇਖ ਹੈ ਉਹ ਹੈ ਢੋਲ ਢਮੱਕਾ। ਇਸ ਲੇਖ ਦੇ ਵਿੱਚ ਲੇਖਕ ਨੇ ਭਾਰਤੀਆਂ ਦੇ ਸੁਭਾਅ ਦਾ ਵਰਣਨ ਕੀਤਾ, ਜਿਹਦੇ ਵਿੱਚ ਉਹਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬਹੁਤ ਜ਼ਿਆਦਾ ਰੌਲਾ ਪਾਉਂਦੇ ਹਾਂ। ਸਾਡੇ ਦੇਸ਼ ਦੇ ਵਿੱਚ ਹਰ ਇੱਕ ਵਿਅਕਤੀ ਤੇ ਰੌਲਾ ਪਾਉਣ ਦੀ ਪ੍ਰਵਿਰਤੀ ਹੈ ਜਿਹੜੀ ਉਹ ਬਹੁਤ ਹੀ ਜ਼ਿਆਦਾ ਭਾਰੂ ਹੈ। ਤਾਂ ਉਹ ਕਹਿੰਦਾ ਹਿੰਦੁਸਤਾਨ ਦੇ ਵਿੱਚ ਅਸੀਂ ਰੌਲਾ ਪਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਦੇ ਨਾਲ ਰੌਲਾ ਪਾਉਣ ਵਾਲਾ ਵਿਅਕਤੀ ਹੈ ਜਿਹੜਾ ਉਹ ਆਪਦਾ ਮਤਲਬ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਆਪਦਾ ਮਤਲਬ ਹੈ ਜਿਹੜਾ ਉਹ ਕੱਢਣਾ ਚਾਹੁੰਦਾ ਹੈ। ਤਾਂ ਇਸ ਤਰ੍ਹਾਂ ਨਾਲ ਦੂਸਰਿਆਂ ਨੂੰ ਵੀ ਕਮਲਾ ਬਣਾਇਆ ਜਾਂਦਾ ਹੈ, ਦੂਸਰਿਆਂ ਦਾ ਧਿਆਨ ਹੋਰ ਪਾਸੇ ਨਾ ਰਹੇ, ਸਗੋਂ ਇੱਕ ਵਿਅਕਤੀ ਆਪਣਾ ਜਿਹੜਾ ਮਤਲਬ ਹੈ ਉਹ ਸਿੱਧ ਕਰ ਲਵੇ। ਤਾਂ ਰੌਲੇ ਦੇ ਪਿੱਛੇ ਲੋਕ ਹੈ ਜਿਹੜੇ ਉਹ ਸਾਰਾ ਕੁਝ ਭੁੱਲ ਜਾਂਦੇ ਆ, ਆਸੇ ਪਾਸੇ ਕੀ ਹੁੰਦਾ ਹੈ, ਉਧਰੋਂ ਸਾਰੇ ਪਾਸੇ ਉਹਨਾਂ ਦਾ ਧਿਆਨ ਹੈ ਜਿਹੜਾ ਉਹ ਹਟ ਜਾਂਦਾ। ਉਹ ਕਹਿੰਦਾ ਇਹੀ ਨੀਤੀ ਹੈ ਜਿਹੜੀ ਉਹ ਜਰਮਨਾਂ ਨੇ ਅਪਣਾਈ ਸੀ ਜਦੋਂ ਉਹਨਾਂ ਨੇ ਫਰਾਂਸ ਤੇ ਬੈਲਜੀਅਮ ਤੇ ਕਬਜ਼ਾ ਕਰ ਲਿਆ ਸੀਗਾ। ਤਾਂ ਫਿਰ ਉਹਨਾਂ ਨੇ ਸੋਚਿਆ ਕਿ ਸਮੁੰਦਰੀ ਦੇਸ਼ਾਂ ਤੇ ਵੀ ਕਬਜ਼ਾ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਸੁਰੱਖਿਅਤ ਰਹਿਣ ਸਮੁੰਦਰ ਵਾਲੇ ਪਾਸਿਓਂ ਵੀ। ਤਾਂ ਉਹਨਾਂ ਨੇ ਡੈਨਮਾਰਕ, ਹਾਲੈਂਡ ਤੇ ਨਾਰਵੇ ਤੇ ਵੀ ਕਬਜ਼ਾ ਕਰ ਲਿਆ। ਤਾਂ ਉਹ ਇੱਕ ਘਟਨਾ ਸੁਣਾਉਂਦਾ ਹੈ ਕਿ ਨਾਰਵੇ ਦੇ ਸ਼ਹਿਰ ਓਸਲੋ ਤੇ ਕਿਵੇਂ ਜਰਮਨਾਂ ਨੇ ਕਬਜ਼ਾ ਕੀਤਾ ਸੀ। ਤਾਂ ਉਹਦੇ ਅਨੁਸਾਰ ਇਹ ਕਬਜ਼ਾ ਜਿਹੜਾ ਉਹ ਵੀ ਰੌਲਾ ਪਾ ਕੇ ਕੀਤਾ ਗਿਆ ਸੀ ਕਿ ਥੋੜੇ ਜਿਹੇ ਸਿਪਾਹੀ ਹੈ ਜਿਹੜੇ ਉਹ ਗਏ, ਅੱਗੇ ਅੱਗੇ ਬੈਂਡ ਵਾਜਾ ਵਜਾਇਆ ਉਹਨਾਂ ਨੇ, ਪਿੱਛੇ ਪਿੱਛੇ ਸਿਪਾਹੀ ਪਰੇਡ ਕਰਦੇ ਗਏ। ਸਾਰੇ ਲੋਕਾਂ ਦਾ ਧਿਆਨ ਉਹਨਾਂ ਵੱਲ ਹੋ ਗਿਆ ਕਿ ਕੀ ਹੋ ਰਿਹਾ, ਕੌਣ ਆਏ ਹੈ, ਕੀ ਕਰ ਰਹੇ ਹੈ। ਤਾਂ ਉਹ ਹੌਲੀ 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 ਸ਼ਹਿਰ ਦੇ ਵਿੱਚ ਆ ਗਏ। ਜਦੋਂ ਤੱਕ ਓਸਲੋ ਦੇ ਸ਼ਹਿਰ ਵਾਸੀਆਂ ਨੂੰ ਪਤਾ ਲੱਗਿਆ ਕਿ ਇਹ ਜਰਮਨ ਨੇ, ਉਦੋਂ ਤੱਕ ਉਹਨਾਂ ਨੇ ਉਸ ਸ਼ਹਿਰ ਤੇ ਕਬਜ਼ਾ ਵੀ ਕਰ ਲਿਆ ਸੀ। ਤਾਂ ਉਹਦੇ ਕਹਿਣ ਦਾ ਮਤਲਬ ਇਹ ਹੈ ਕਿ ਰੌਲਾ ਪਾ ਕੇ ਲੋਕ ਹੈ ਜਿਹੜੇ ਉਹ ਆਪਣੀ ਬੁੱਧੀ ਤੋਂ ਕੰਮ ਨਹੀਂ ਲੈਂਦੇ, ਉਹਨਾਂ ਦੀ ਬੁੱਧੀ ਨੂੰ ਕਿਸੇ ਹੋਰ ਪਾਸੇ ਲਾ ਲਿਆ ਜਾਂਦਾ ਤੇ ਆਪਣਾ ਮਤਲਬ ਹੈ ਜਿਹੜਾ ਉਹ ਸਿੱਧ ਕਰ ਲਿਆ ਜਾਂਦਾ। ਤਾਂ ਲਾਲ ਸਿੰਘ ਦੱਸਦੇ ਆ ਸਾਨੂੰ ਕਿ ਸਾਰਾ ਝਗੜਾ ਜਿਹੜਾ ਉਹ ਦੂਜੇ ਨੂੰ ਕਮਲਾ ਕਰਕੇ ਕਾਬੂ ਕਰਨ ਦਾ ਹੀ ਹੈ। ਜਾਨਵਰ ਹੈ ਜਿਹੜੇ ਉਹਨਾਂ ਨੂੰ ਪਰਮਾਤਮਾ ਨੇ ਸਿੰਗ ਦਿੱਤੇ ਹੈ, ਉਹ ਸਿੰਗਾਂ ਦੇ ਨਾਲ ਇੱਕ ਦੂਸਰੇ ਦਾ ਮੁਕਾਬਲਾ ਕਰਦੇ ਆ। ਜਿਹੜਾ ਜਿਉਂਦਾ ਰਹਿੰਦਾ ਉਹ ਜਿੱਤ ਜਾਂਦਾ, ਪਰ ਆਦਮੀ ਹੈ ਜਿਹੜਾ ਉਹਦੇ ਸਿੰਗ ਨਹੀਂ ਹੈਗੇ, ਉਹਦੇ ਕੋਲ ਇੱਕ ਹੋਰ ਗੁਣ ਹੈ, ਉਹ ਹੈ ਫਰੇਬ,
ਧੋਖਾ। ਸਰੀਰਕ ਤੌਰ ਤੇ ਤਾਂ ਆਦਮੀ ਕਮਜ਼ੋਰ ਹੈ, ਪਰ ਉਹ ਫਰੇਬ ਦੇ ਨਾਲ ਦੂਜਿਆਂ ਨੂੰ ਕਾਬੂ ਕਰ ਲੈਂਦਾ ਹੈ। ਜੇ ਅਸੀਂ ਕਿਸੇ ਨੂੰ ਸਿੱਧੇ ਸਾਫ਼ ਸ਼ਬਦਾਂ ਦੇ ਵਿੱਚ ਕੋਈ ਗੱਲ ਕਹਿਣੀ ਚਾਹੁੰਦੇ ਹਾਂ ਤਾਂ ਇਹ ਚੰਗਾ ਨਹੀਂ ਸਮਝਿਆ ਜਾਂਦਾ। ਸਾਡੇ ਸਮਾਜ ਦੇ ਵਿੱਚ ਇਉਂ ਮੰਨਿਆ ਜਾਂਦਾ ਹੈ ਕਿ ਇਹ ਵਿਅਕਤੀ ਹੈ ਜਿਹੜਾ ਬਹੁਤ ਹੀ ਅਸੱਭਿਅਕ ਹੈ, ਸਿੱਧੀ ਸਾਫ਼ ਗੱਲ ਕਰਦਾ। ਪਰ ਜੇਕਰ ਫਰੇਬ ਨਾਲ, ਧੋਖੇ ਨਾਲ ਕੋਈ ਗੱਲ ਕੀਤੀ ਜਾਵੇ ਤਾਂ ਉਸ ਗੱਲ ਨੂੰ ਸੱਭਿਅਕ ਸਮਝਿਆ ਜਾਂਦਾ, ਤਾਂ ਉਸ ਵਿਅਕਤੀ ਨੂੰ ਬਹੁਤ ਹੀ ਸਿਆਣਾ ਸਮਝਿਆ ਜਾਂਦਾ। ਤੇ ਹਿੰਦੁਸਤਾਨ ਦੇ ਵਿੱਚ ਲੇਖਕ ਦੱਸਦਾ ਹੈ ਕਿ ਸੰਘ ਪਾੜ ਕੇ ਰੌਲਾ ਪਾਉਣ ਦੀ ਬਿਰਤੀ ਹੈ ਜਿਹੜੀ ਉਹ ਬਹੁਤ ਹੀ ਪ੍ਰਧਾਨ ਹੈ। ਕੋਈ ਵੀ ਵਿਅਕਤੀ ਜਿਹਨੇ ਕੋਈ ਚੀਜ਼ਾਂ ਆਪਣੀਆਂ ਵੇਚਣੀਆਂ ਤਾਂ ਉਹ ਜਿੰਨਾ ਜ਼ਿਆਦਾ ਰੌਲਾ ਪਾਉਂਦਾ, ਜਿੰਨਾ ਜ਼ਿਆਦਾ ਸੰਘ ਪਾੜਦਾ, ਉਨੀ ਉਹਦੀ ਚੀਜ਼ਾਂ ਦੀ ਵਿਕਰੀ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ, ਕਿਉਂਕਿ ਲੋਕ ਹੈ ਜਿਹੜੇ ਉਹਦਾ ਰੌਲਾ ਸੁਣ ਕੇ ਉਹਦੇ ਵੱਲ ਆਕਰਸ਼ਿਤ ਹੋ ਜਾਂਦੇ ਆ। ਤਾਂ ਇਹ ਜ਼ਰੂਰੀ ਨਹੀਂ ਕਿ ਉਹ ਜਦੋਂ ਉੱਚੀ ਬੋਲਦਾ ਕੋਈ ਗੀਤ ਗਾਵੇ ਜਾਂ ਸੁਰ 'ਚ ਬੋਲੇ, ਸਗੋਂ ਉਹ ਸਿਰਫ ਰੌਲਾ ਹੀ ਪਾਉਂਦਾ ਤੇ ਰੌਲਾ ਪਾ ਕੇ ਆਪਦੀਆਂ ਚੀਜ਼ਾਂ ਵੇਚ ਕੇ ਵਿਹਲਾ ਹੋ ਜਾਂਦਾ। ਇਸ ਕਰਕੇ ਸਾਡਾ ਦੇਸ਼ ਹੈ ਜਿਹੜਾ ਉਹਨੂੰ ਢੋਲ ਢਮੱਕੇ ਵਾਲਾ ਦੇਸ਼ ਕਿਹਾ ਜਾਂਦਾ। ਤੇ ਇਹ ਢੋਲ ਢਮੱਕੇ ਵਾਲੇ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੇ ਆ। ਸਵੇਰੇ ਸਵੇਰੇ ਹਜੇ ਜਦੋਂ ਗੁਰਦੁਆਰਾ ਸਾਹਿਬ 'ਚ ਭਾਈ ਜੀ ਨੇ ਸਵੇਰ ਦਾ ਹਜੇ ਪਾਠ ਕੀਤਾ ਹੀ ਹੁੰਦਾ, ਸੁਣਨ ਵਾਲੇ ਬਿਲਕੁਲ ਸ਼ਾਂਤ ਹੁੰਦੇ ਆ, ਪਰ ਚੀਜ਼ਾਂ ਵੇਚਣ ਵਾਲੇ ਆ ਜਿਹੜੇ ਉਹ ਇਹ ਸਾਰੀ ਸ਼ਾਂਤੀ ਨੂੰ ਭੰਗ ਕਰ ਦਿੰਦੇ ਆ। ਉਦੋਂ ਹੀ ਰੌਲਾ ਪਾ ਕੇ ਚੀਜ਼ਾਂ ਵੇਚਣ ਲਈ ਆ ਜਾਂਦੇ ਆ, ਕੋਈ ਸਿਨੇਮੇ ਦੀ ਮਸ਼ਹੂਰੀ ਕਰਨ ਲਈ ਆ ਜਾਂਦਾ ਤੇ ਉੱਚੀ ਉੱਚੀ ਰੌਲਾ ਜਿਹੜਾ ਉਹ ਪਾਉਣ ਲੱਗ ਜਾਂਦਾ। ਬਾਜ਼ਾਰ ਦੇ ਵਿੱਚ ਰੌਲਾ ਹੈ ਜਿਹੜਾ ਉਹ ਸਭ ਤੋਂ ਵੱਧ ਹੁੰਦਾ, ਕਿਉਂਕਿ ਉੱਥੇ ਰੇਡੀਓ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਹੁੰਦੀਆਂ ਨੇ। ਜੇ ਕਿਸੇ ਕੋਲ ਰੇਡੀਓ ਹੈ ਤਾਂ ਉਹ ਸਿਰਫ ਆਪਦੇ ਸੁਣਨ ਲਈ ਨਹੀਂ ਲਾਉਂਦਾ, ਸਗੋਂ ਇਹ ਮੰਨਦਾ ਕਿ ਉਹਨੇ ਸਭ ਨੂੰ ਹੀ ਸੁਣਾਉਣਾ। ਤੇ ਸ਼ਾਮ ਨੂੰ ਕੋਈ ਸਬਜ਼ੀ ਜਾਂ ਫਲ ਵੇਚਣ ਵਾਲੇ ਆ ਜਿਹੜੇ ਇਸ ਤਰ੍ਹਾਂ ਨਾਲ ਸੰਘ ਪਾੜ ਕੇ ਆਪਦੀਆਂ ਸਬਜ਼ੀਆਂ ਜਾਂ ਫਲ ਵੇਚਣ ਦੀ ਕੋਸ਼ਿਸ਼ ਕਰਦੇ ਆ ਕਿ ਗ੍ਰਾਹਕ ਹੈ ਜਿਹੜੇ ਉਹਨਾਂ ਦੀਆਂ ਗਲੀਆਂ ਸੜੀਆਂ ਚੀਜ਼ਾਂ ਜਿਵੇਂ ਫਲ ਤੇ ਸਬਜ਼ੀ ਹੈ ਜਿਹੜੀ ਉਹ ਵੀ ਖਰੀਦ ਲੈਂਦੇ ਆ। ਉਹਨਾਂ ਦੇ ਰੌਲੇ ਤੋਂ ਇੰਨੇ ਪ੍ਰਭਾਵਿਤ ਹੋ ਜਾਂਦੇ ਆ ਤੇ ਸਾਰਾ ਵਾਯੂਮੰਡਲ ਹੈ ਜਿਹੜਾ ਉਹਦੇ ਵਿੱਚ ਰੌਲਾ ਹੀ ਰੌਲਾ ਹੈ। ਇੰਨਾ ਜ਼ਿਆਦਾ ਪ੍ਰਦੂਸ਼ਣ ਹੁੰਦਾ ਰੌਲੇ ਦੇ ਕਾਰਨ ਕਿ ਹੁਣ ਸਾਨੂੰ ਇਹ ਪ੍ਰਦੂਸ਼ਣ ਲੱਗਣੋਂ ਹੀ ਹਟ ਗਿਆ। ਅਸੀਂ ਇਹ ਭੁੱਲ ਹੀ ਗਏ ਕਿ ਸਾਡੇ ਦੇਸ਼ ਦੇ ਵਿੱਚ ਕਿਸੇ ਵੇਲੇ ਕਿੰਨੀ ਸ਼ਾਂਤੀ ਹੁੰਦੀ ਸੀ। ਸਾਡਾ ਦੇਸ਼ ਹੈ ਜਿਹੜਾ ਉਹ ਰਿਸ਼ੀਆਂ ਮੁਨੀਆਂ ਦਾ ਦੇਸ਼ ਕਹਾਉਂਦਾ ਸੀ, ਪਰ ਹੁਣ ਸਾਨੂੰ ਇਉਂ ਲੱਗਦਾ ਹੈ ਕਿ ਜਦੋਂ ਅਸੀਂ ਆਜ਼ਾਦ ਹੋ ਗਏ ਹਾਂ ਤਾਂ ਸਾਨੂੰ ਆਜ਼ਾਦੀ ਹੈ ਕਿ ਅਸੀਂ ਕਿੰਨਾ ਮਰਜ਼ੀ ਰੌਲਾ ਪਾਈਏ, ਰੌਲਾ ਪਾ ਕੇ ਆਪਣੀਆਂ ਚੀਜ਼ਾਂ ਵੇਚੀਏ, ਦੂਜਿਆਂ ਨੂੰ ਕਮਲੇ ਕਰੀਏ, ਦੂਜਿਆਂ ਦੀ ਅਕਲ ਤੇ ਪਰਦਾ ਪਾਈਏ। ਤੇ ਇਹਦੇ ਨਾਲ ਹੀ ਲੇਖਕ ਹੈ ਜਿਹੜਾ ਉਹ ਜਾਨਵਰਾਂ ਦੇ ਨਾਲ ਮਨੁੱਖ ਦੀ ਤੁਲਨਾ ਕਰਦਾ। ਉਹ ਕਹਿੰਦਾ ਜਾਨਵਰ ਹੈ ਜਿਹੜੇ ਉਹ ਵੀ ਸ਼ਾਮ ਨੂੰ ਚੁੱਪ ਕਰ ਜਾਂਦੇ ਆ, ਪਰ ਆਦਮੀ ਹੈ ਜਿਹੜਾ ਉਹ ਚੁੱਪ ਨਹੀਂ ਕਰਦਾ। ਜਿਵੇਂ ਜਿਵੇਂ ਰਾਤ ਹੁੰਦੀ ਹੈ ਸਗੋਂ ਉਵੇਂ ਉਵੇਂ ਬਾਜ਼ਾਰਾਂ ਦੇ ਵਿੱਚ ਰੌਲਾ ਰੱਪਾ ਵੱਧਦਾ ਜਾਂਦਾ, ਕਿਉਂਕਿ ਸਭ ਨੂੰ ਇਹੀ ਹੁੰਦਾ ਕਿ ਅਸੀਂ ਆਪਦੀਆਂ ਬਚਦੀਆਂ ਚੀਜ਼ਾਂ ਵੇਚ ਕੇ ਘਰਾਂ ਨੂੰ ਜਾਈਏ। ਮਨੁੱਖ ਹੈ ਜਿਹੜਾ ਉਹਨੂੰ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਹੀ ਉਹਦੀ ਬੁੱਧੀ ਸੂਖਮ ਹੈ, ਪਰ ਅਸਲ ਦੇ ਵਿੱਚ ਉਹਦੀ ਸੁਣਨ ਦੀ ਸੂਖਮਤਾ ਹੈ ਜਿਹੜੀ ਸਮਰੱਥਾ ਹੈ ਉਹ ਖਤਮ ਹੁੰਦੀ ਜਾਂਦੀ ਹੈ। ਜੰਗਲ ਦੇ ਵਿੱਚ ਜਾਨਵਰ ਰਹਿੰਦੇ ਆ ਜਿਹੜੇ ਜਿੱਥੇ ਬਹੁਤ ਸ਼ਾਂਤੀ ਹੁੰਦੀ ਹੈ, ਉੱਥੇ ਜੇ ਕੋਈ ਨੰਗੇ ਪੈਰਾਂ ਨਾਲ ਤੁਰਦਾ ਤਾਂ ਸ਼ਾਂਤੀ ਕਰਕੇ ਉਹ ਨੰਗੇ ਪੈਰਾਂ ਦੀ ਆਹਟ ਦੂਰੋਂ ਹੀ ਸੁਣ ਲੈਂਦੇ ਆ ਤੇ ਸਤਰਕ ਹੋ ਜਾਂਦੇ ਆ। ਪਰ ਅਸੀਂ ਹੁਣ ਹੌਲੀ ਆਵਾਜ਼ ਹੈ ਜਿਹੜੀ ਉਹ ਸੁਣ ਹੀ ਨਹੀਂ ਸਕਦੇ, ਉਹਨੂੰ ਮਹਿਸੂਸ ਹੀ ਨਹੀਂ ਕਰ ਸਕਦੇ, ਕਿਉਂਕਿ ਅਸੀਂ ਉੱਚੀ ਸੁਣਨ ਦੇ ਹੀ ਆਦੀ ਹੋ ਗਏ ਹਾਂ। ਤੇ ਇਸ ਰੌਲੇ ਰੱਪੇ ਨੇ ਮਨੁੱਖ ਦੀ ਸੂਖਮਤਾ ਹੈ ਜਿਹੜੀ ਉਸ ਨੂੰ ਖਤਮ ਕਰਤਾ। ਤਾਂ ਇਸ ਤਰ੍ਹਾਂ ਨਾਲ ਇਸ ਲੇਖ ਦੇ ਵਿੱਚ ਲਾਲ ਸਿੰਘ ਕਮਲਾ ਅਕਾਲੀ ਨੇ ਢੋਲ ਢਮੱਕੇ ਬਾਰੇ ਦੱਸਿਆ ਕਿ ਅਸੀਂ ਹਿੰਦੁਸਤਾਨੀ ਆ ਜਿਹੜੇ ਉਹ ਢੋਲ ਢਮੱਕਾ ਜਾਂ ਰੌਲਾ ਰੱਪਾ ਪਾਉਣ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਹੈ, ਸਾਰੇ ਦੇਸ਼ਾਂ ਨਾਲੋਂ ਅੱਗੇ ਹੈ। ਅੱਗੇ ਬੇਟਾ ਇਹਦਾ ਅਭਿਆਸ ਹੈ। ਅਭਿਆਸ ਦੇ ਵਿੱਚ ਪਹਿਲਾ ਪ੍ਰਸ਼ਨ ਹੈ, ਢੋਲ ਢਮੱਕਾ ਲੇਖ ਅਨੁਸਾਰ ਜਰਮਨ ਨੇ ਨਾਰਵੇ ਦੇ ਸ਼ਹਿਰ ਓਸਲੋ ਨੂੰ ਕਿਸ ਉਸਤਾਦੀ ਨਾਲ ਮੱਲਿਆ। ਤਾਂ ਇਹਦੇ ਵਿੱਚ ਅਸੀਂ ਦੱਸਣਾ ਹੈ ਕਿ ਜਰਮਨਾਂ ਨੇ ਜਦੋਂ ਫਰਾਂਸ ਤੇ ਬੈਲਜੀਅਮ ਤੇ ਕਬਜ਼ਾ ਕਰ ਲਿਆ ਤਾਂ ਉਹਨਾਂ ਨੇ ਸੋਚਿਆ ਕਿ ਸਮੁੰਦਰੀ ਦੇਸ਼ਾਂ ਤੇ ਵੀ ਕਬਜ਼ਾ ਕਰ ਲੈਣਾ ਚਾਹੀਦਾ ਹੈ ਤਾਂ ਅਸੀਂ ਜ਼ਿਆਦਾ ਸੁਰੱਖਿਅਤ ਰਹਾਂਗੇ। ਤਾਂ ਉਹਨੇ ਡੈਨਮਾਰਕ, ਹਾਲੈਂਡ ਤੇ ਨਾਰਵੇ ਤੇ ਵੀ ਕਬਜ਼ਾ ਕਰ ਲਿਆ। ਤਾਂ ਨਾਰਵੇ ਦੇ ਸ਼ਹਿਰ ਓਸਲੋ ਤੇ ਉਹਨੇ ਕਿਵੇਂ ਕਬਜ਼ਾ ਕੀਤਾ?
ਉਹਦੇ ਬਾਰੇ ਸਾਨੂੰ ਇਹ ਦੱਸਿਆ ਗਿਆ ਕਿ ਥੋੜੇ ਜਿਹੀ ਗਿਣਤੀ ਦੇ ਵਿੱਚ ਸਿਪਾਹੀ ਸੀਗੇ, ਉਹ ਅੱਗੇ ਅੱਗੇ ਬੈਂਡ ਵਾਜਾ ਹੈ ਜਿਹੜਾ ਉਹ ਲੈ ਕੇ ਗਏ ਤੇ ਪਿੱਛੇ ਪਿੱਛੇ ਸਿਪਾਹੀ ਪਰੇਡ ਕਰਦੇ ਗਏ। ਉਹਨਾਂ ਨੇ ਰੌਲਾ ਅਜਿਹਾ ਪਾਇਆ ਕਿ ਸਾਰੇ ਜਿਹੜੇ ਸ਼ਹਿਰ ਦੇ ਲੋਕ ਹੈ ਉਹ ਉਹਨਾਂ ਦਾ ਰੌਲਾ ਰੱਪਾ ਦੇਖਣ ਲੱਗ ਗਏ ਕਿ ਕੌਣ ਹੈ, ਕੀ ਕਰ ਰਹੇ ਹੈ। ਜਦੋਂ ਤੱਕ ਉਹਨਾਂ ਨੂੰ ਸਮਝ ਆਉਂਦਾ ਉਦੋਂ ਤੱਕ ਜਰਮਨਾਂ ਨੇ ਸਾਰੇ ਸ਼ਹਿਰ ਤੇ ਕਬਜ਼ਾ ਕਰ ਲਿਆ ਸੀ। ਅਗਲਾ ਪ੍ਰਸ਼ਨ ਹੈ, ਦੁਨੀਆ ਦਾ ਉਲਟਾਪਣ ਕੀ ਹੈ? ਤਾਂ ਇਹਦੇ ਵਿੱਚ ਲੇਖਕ ਦੱਸਦਾ ਹੈ ਕਿ ਦੁਨੀਆ ਦਾ ਉਲਟਾਪਣ ਇਹ ਹੈ ਕਿ ਜੇਕਰ ਕਿਸੇ ਨੂੰ ਸਿੱਧੀ ਤਰ੍ਹਾਂ ਨਾਲ ਕੋਈ ਗੱਲ ਸਾਫ਼ ਸ਼ਬਦਾਂ ਦੇ ਵਿੱਚ ਦੱਸੀ ਜਾਵੇ ਤਾਂ ਉਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਇਹ ਸਮਝਿਆ ਜਾਂਦਾ ਹੈ ਕਿ ਇਹ ਵਿਅਕਤੀ ਹੈ ਜਿਹੜਾ ਅਸਭਿਅਕ ਹੈ। ਪਰ ਜੇਕਰ ਰੌਲਾ ਰੱਪਾ ਪਾ ਕੇ ਫਰੇਬ ਦੇ ਨਾਲ ਉਹੀ ਗੱਲ ਹੈ ਜਿਹੜੀ ਘੁਮਾ ਫਿਰਾ ਕੇ ਦੱਸੀ ਜਾਵੇ ਤਾਂ ਉਸ ਨੂੰ ਚੰਗਾ ਸਮਝਿਆ ਜਾਂਦਾ ਹੈ। ਇਹੀ ਇਸ ਦੁਨੀਆ ਦਾ ਉਲਟਾਪਣ ਹੈ। ਤੀਸਰਾ ਪ੍ਰਸ਼ਨ ਹੈ, ਢੋਲ ਢਮੱਕਾ ਲੇਖ ਅਨੁਸਾਰ ਦੂਜਿਆਂ ਨੂੰ ਕਮਲੇ ਕਰਨ ਦੇ ਕੀ ਢੰਗ ਵਰਤੇ ਜਾਂਦੇ ਹਨ? ਤਾਂ ਦੂਜਿਆਂ ਨੂੰ ਕਮਲਾ ਕਿਵੇਂ ਕੀਤਾ ਜਾਂਦਾ? ਵੱਧ ਤੋਂ ਵੱਧ ਰੌਲਾ ਪਾ ਕੇ, ਆਪਦੀਆਂ ਚੀਜ਼ਾਂ ਵੇਚਣ ਦੇ ਲਈ ਆਪਦੇ ਵੱਲ ਆਕਰਸ਼ਿਤ ਕਰਕੇ ਦੂਸਰੇ ਦੀ ਬੁੱਧੀ ਹੈ ਜਿਹੜੀ ਉਸ ਤੇ ਕਬਜ਼ਾ ਕਰ ਲਿਆ ਜਾਂਦਾ ਤੇ ਉਹਨੂੰ ਆਪਣੀ ਅਕਲ ਤੋਂ ਕੰਮ ਹੀ ਨਹੀਂ ਲੈਣ ਦਿੱਤਾ ਜਾਂਦਾ। ਉਹਨੂੰ ਉੱਚੀ ਉੱਚੀ ਲੈਕਚਰ ਦੇ ਕੇ, ਉੱਚੀ ਬੋਲ ਕੇ, ਇਹ ਸਾਰੇ ਢੰਗ ਹੈ ਜਿਹੜੇ ਉਹ ਦੂਜਿਆਂ ਨੂੰ ਕਮਲਾ ਕਰਨ ਦੇ ਢੰਗ ਹੈ। ਲੇਖਕ ਨੇ ਬਾਜ਼ਾਰਾਂ ਵਿੱਚ ਪੈਂਦੇ ਰੌਲੇ ਦੀ ਤੁਲਨਾ ਕਿੰਨਾ ਪ੍ਰਤੀਕਾਂ ਨਾਲ ਕੀਤੀ ਹੈ? ਤਾਂ ਲੇਖ ਕਹਿੰਦਾ ਹੈ ਕਿ ਇੰਨਾ ਜ਼ਿਆਦਾ ਬਾਜ਼ਾਰਾਂ ਦੇ ਵਿੱਚ ਰੌਲਾ ਹੁੰਦਾ ਹੈ, ਖਾਸ ਕਰਕੇ ਉੱਚੀ ਵੱਜਦੇ ਰੇਡੀਓ ਹੈ ਜਿਹੜੇ ਉਹ ਸਾਰਿਆਂ ਨੂੰ ਕਮਲਾ ਕਰਦੇ ਹੈ। ਨਾਲ ਦੀ ਨਾਲ ਉਹ ਕਹਿੰਦਾ ਕਿ ਕੋਈ ਸਬਜ਼ੀ ਜਾਂ ਫਲ ਵੇਚਣ ਵਾਲੇ ਹੈ ਉਹ ਸ਼ਾਮ ਨੂੰ ਇੰਨਾ ਜ਼ਿਆਦਾ ਰੌਲਾ ਪਾਉਂਦੇ ਹੈ ਕਿ ਉਹਨਾਂ ਦੇ ਗਲੀਆਂ ਸੜੀਆਂ ਸਬਜ਼ੀਆਂ ਜਾਂ ਫਲ ਹੈ ਜਿਹੜੇ ਉਹ ਸਾਰੇ ਦੇ ਸਾਰੇ ਵਿਕ ਜਾਂਦੇ ਹੈ। ਲੋਕ ਹੈ ਜਿਹੜੇ ਉਹ ਇੰਨਾ ਰੌਲਾ ਸੁਣ ਕੇ ਉਹਨਾਂ ਦੇ ਵੱਲ ਆਕਰਸ਼ਿਤ ਹੋ ਜਾਂਦੇ ਹੈ ਤੇ ਆਪਣੀ ਸਮਝ ਤੋਂ ਕੰਮ ਹੀ ਨਹੀਂ ਲੈਂਦੇ। ਅਗਲਾ ਪ੍ਰਸ਼ਨ ਹੈ, ਜੰਗਲ ਦੇ ਜਾਨਵਰ ਨੰਗੇ ਪੈਰਾਂ ਦੀ ਆਹਟ ਦੂਰੋਂ ਕਿਉਂ ਸੁਣ ਲੈਂਦੇ ਹੈ? ਕਿਉਂਕਿ ਜੰਗਲ ਦੇ ਵਿੱਚ ਬਹੁਤ ਸ਼ਾਂਤੀ ਹੁੰਦੀ ਹੈ। ਜਦੋਂ ਵੀ ਕੋਈ ਨੰਗੇ ਪੈਰੀਂ ਤੁਰਦਾ ਹੈ ਤਾਂ ਉਹ ਥੋੜੀ ਜਿਹੀ ਆਵਾਜ਼ ਹੈ ਜਿਹੜੀ ਉਹ ਜਾਨਵਰਾਂ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਤੇ ਉਹ ਪੈਰਾਂ ਦੀ ਆਹਟ ਨੂੰ ਦੂਰੋਂ ਹੀ ਸੁਣ ਲੈਂਦੇ ਹੈ। 6ਵਾਂ ਪ੍ਰਸ਼ਨ ਹੈ, ਢੋਲ ਢਮੱਕਾ ਲੇਖ ਦਾ ਸਾਰ ਲਿਖੋ। ਤਾਂ ਢੋਲ ਢਮੱਕਾ ਲੇਖ ਦਾ ਸਾਰ ਮੈਂ ਸਾਰਾ ਜਿਹੜਾ ਵਰਣਨ ਕੀਤਾ ਹੈ ਉਹ ਤੁਸੀਂ ਲਿਖ ਦੇਣਾ। ਇਹੀ ਢੋਲ ਢਮੱਕਾ ਲੇਖ ਦਾ ਸਾਰ ਹੈ। ਇਹਦੇ ਵਿੱਚ ਅਸੀਂ ਹਿੰਦੁਸਤਾਨੀਆਂ ਦੇ ਰੌਲਾ ਪਾਉਣ ਦੀ ਆਦਤ ਤੇ ਉਹਦੇ ਨਾਲ ਕਿਹੜੀਆਂ ਘਟਨਾਵਾਂ ਹੈ ਜਿਹੜੀਆਂ ਉਹ ਲੇਖਕ ਨੇ ਲਾ ਕੇ ਸਾਨੂੰ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿੰਨਾ ਜ਼ਿਆਦਾ ਰੌਲਾ ਪਾਉਂਦੇ ਹਾਂ ਤੇ ਵਾਯੂਮੰਡਲ ਨੂੰ ਪ੍ਰਦੂਸ਼ਿਤ ਕਰਦੇ ਹਾਂ, ਉਹ ਸਾਰੇ ਦਾ ਸਾਰਾ ਬਿਆਨ ਕਰਨਾ ਹੋਊਗਾ।